बाप अते बेटे अते रूह पाक दे नाम उते आमीन। साडे प्रभु यीशु मसीह दा फजल, खुदा बाप दा प्रेम ते रूह पाक दी सांझ तुहाडे नाल होवे अते तुहाडी रूह नाल भी होवे। मसीह विच प्यारे भैणो ते भराओ, अज असी इस पाक मास दी कुर्बानी दे विच खास तौर ते खुदा अगे ये मंग करांगे कि प्रभु सानू हर रोज़ प्रार्थना करन दा वरदान बख्शे। जिवें एक बूटे नूं पानी दी निरंतर लोड़ हुंदी है तां जो उसका विकास हुंदा रहे, उसे तरीके नाल सानू हर रोज़ प्रार्थना करन दी लोड़ है तां जो असी अपने ही ईमान विच मजबूत हुंदे रहिए, तां जो असी खुदा दे नाल हमेशा जुड़े रहिए। आओ प्यारिओ, इस दिन नूं खुदा दे नाम ते शुरू करदिआं अपने आप नूं प्रभु दे चरनां विच सौंपीए। अपने परिवार नूं, अपने कम्मां कारां नूं, अपनियां सोचां विचारां नूं प्रभु दे चरनां विच सौंपदे प्रार्थना करिए कि असीं हर गल हर काम दे विच उस दी मर्जी नूं पूरा करिए। आओ असीं इन्हां पवित्र भेदां नूं योग ढंग नाल मनाउण लई अपने आप दी तैयारी करिए। हुण तक असीं जो भी गुनाह गलतियां कीतीआं हन, खुदा दी वचनां दे खिलाफ, हुक्मां दे खिलाफ, अपने आप जां अपने परिवार दे खिलाफ, उन्हां सारियां गलतियां गुनाहां नूं प्रभु दी दया दे हवाले करदे होए इस अलतार ते चढ़ाइए। सच्चे दिल नाल पछतावा करदे प्रभु को माफ़ी मंगिए ते आखिए, मैं इकबाल करदा हाँ पूरी कुदरत वाले खुदा अते तुहाडे अगे ऐ भराओ ते भैणो कि मैं सोचण नाल, बोलण नाल, करन नाल अते अनगहली दे नाल बहुत गुनाह कीते। अपने दोष दे नाल, अपने ही दोष दे नाल, अपने बहुत वड्डे दोष दे नाल। इसलिए मैं तन सदा कुआरी मरियम, सारियां फरिश्तियां अते संतां अते तुहाडे अगे ऐ भरावो ते भैणो मैं बेनती करदी हां कि मेरे ਲਈ प्रभु खुदा दे अगे प्रार्थना करो। पूरी कुदरत वाला खुदा साडे उत्ते दया करे ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। आमीन। ऐ प्रभु दया कर, ऐ प्रभु दया कर, ऐ मसीहा दया कर, ऐ मसीहा दया कर, ऐ प्रभु दया कर। ऐ प्रभु दया कर। ਅਸੀਂ प्रार्थना करिए। ऐ पूरी कुदरत वाले ते दयालु खुदा साडे बाप, साडी मदद कर कि ਅਸੀਂ हमेशा रूह दी आवाज़ ਨੂੰ ध्यान ਨਾਲ सुन के तेरी मर्जी ਨੂੰ पहचान ਸਕੀਏ ਅਤੇ ਆਪਣੀਆਂ ਗੱਲਾਂ ਤੇ ਕੰਮਾਂ ਵਿੱਚ ਉਸ ਨੂੰ ਪੂਰਾ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। आमीन। प्रभु तुहाडे दिल विच अते ज़बान ते होवे तां योगता नाल तुसीं खुदा दा वचन सुना सको। बाप अते बेटे ते रूह पाक दे नाम उते आमीन। पाठ पहला। याकूब दा पत्तर उसदा 3 बाप 13 ਤੋਂ 18 आयत तक। ਕੀ ਤੁਹਾਡੇ ਵਿੱਚ ਕੋਈ ਗਿਆਨੀ ਜਾਂ ਬੁੱਧੀਮਾਨ ਆਦਮੀ ਹੈ ਤਾਂ ਉਹ ਆਪਣੇ ਚੰਗੇ ਆਚਰਣ ਅਤੇ ਕੰਮਾਂ ਦਾ ਸਬੂਤ ਉਸ ਨਮਰਤਾ ਦੁਆਰਾ ਦੇਵੇ ਜਿਸ ਦਾ ਸੰਬੰਧ ਬੁੱਧ ਨਾਲ ਹੈ। ਪਰ ਜੇਕਰ ਤੁਹਾਡੇ ਦਿਲਾਂ ਵਿੱਚ ਗਹਿਰੀ ਈਰਖਾ ਅਤੇ ਆਪਣੇ ਆਪ ਦਾ ਮੋਹ ਹੈ ਤਾਂ ਫਿਰ ਝੂਠੇ ਦਾਅਵੇ ਨਾ ਕਰੋ ਅਤੇ ਨਾ ਹੀ ਸਭ ਦਾ ਵਿਰੋਧ। ਇਹ ਬੁੱਧ ਉੱਪਰੋਂ ਮਿਲੀ ਹੋਈ ਨਹੀਂ ਹੈ, ਸਗੋਂ ਇਸ ਦਾ ਆਧਾਰ ਸੰਸਾਰਕ, ਭੌਤਿਕ ਅਤੇ ਸ਼ੈਤਾਨ ਹੈ। ਕਿਉਂਕਿ ਜਿੱਥੇ ਈਰਖਾ ਅਤੇ ਆਪਣੇ ਆਪ ਦਾ ਮੋਹ ਹੈ ਉੱਥੇ ਹਰ ਤਰ੍ਹਾਂ ਦੀ ਗੜਬੜ ਅਤੇ ਬੁਰਾਈ ਹੈ। ਪਰ ਜੋ ਬੁੱਧ ਉੱਪਰ ਤੋਂ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਪਵਿੱਤਰ, ਫਿਰ ਸ਼ਾਂਤੀ ਪਸੰਦ, ਨਮਰ, ਸੋਚ ਵਿਚਾਰ ਵਾਲੀ, ਦਇਆ ਨਾਲ ਭਰੀ ਹੋਈ ਅਤੇ ਭਲਾਈ ਦੇ ਫਲਾਂ ਨਾਲ ਲੱਦੀ ਹੋਈ ਹੁੰਦੀ ਹੈ।
ਇਹ ਈਰਖਾ ਅਤੇ ਪਾਖੰਡ ਤੋਂ ਰਹਿਤ ਹੁੰਦੀ ਹੈ। ਸ਼ਾਂਤੀ ਸਥਾਪਿਤ ਕਰਨ ਵਾਲੇ ਸ਼ਾਂਤੀ ਦਾ ਬੀਜ ਬੀਜਦੇ ਹਨ ਅਤੇ ਭਲਾਈ ਦਾ ਫਲ ਪ੍ਰਾਪਤ ਕਰਦੇ ਹਨ। ਇਹ ਪ੍ਰਭੂ ਦੀ ਪਵਿੱਤਰ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਰਕੁਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 9 ਅਧਿਆਇ 14 ਤੋਂ 29 ਆਇਤ। ਜਦੋਂ ਉਹ ਚੇਲਿਆਂ ਦੇ ਕੋਲ ਆਏ ਤਾਂ ਉਹਨਾਂ ਨੇ ਇੱਕ ਵੱਡੀ ਭੀੜ ਉਹਨਾਂ ਦੇ ਆਲੇ ਦੁਆਲੇ ਵੇਖੀ ਅਤੇ ਧਰਮ ਗ੍ਰੰਥੀ ਉਹਨਾਂ ਦੇ ਨਾਲ ਬਹਿਸ ਕਰ ਰਹੇ ਸਨ। ਜਦੋਂ ਸਾਰੀ ਭੀੜ ਨੇ ਉਸ ਨੂੰ ਵੇਖਿਆ ਤਾਂ ਉਹਨਾਂ ਉੱਤੇ ਅਚਾਨਕ ਭੈ ਛਾ ਗਿਆ ਅਤੇ ਭੀੜ ਅੱਗੇ ਅੱਗੇ ਉਸ ਦੇ ਕੋਲ ਦੌੜ ਗਈ
ਅਤੇ ਉਸ ਦਾ ਸਵਾਗਤ ਕੀਤਾ। ਉਸਨੇ ਉਹਨਾਂ ਤੋਂ ਪੁੱਛਿਆ, ਤੁਸੀਂ ਉਹਨਾਂ ਨਾਲ ਕਾਹਦੀ ਬਹਿਸ ਕਰ ਰਹੇ ਸੀ? ਭੀੜ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣੇ ਮੁੰਡੇ ਨੂੰ ਲੈ ਕੇ ਤੁਹਾਡੇ ਕੋਲ ਆਇਆ ਸੀ, ਕਿਉਂਕਿ ਉਸ ਨੂੰ ਇੱਕ ਗੂੰਗੀ ਬਦਰੂ ਚੁੰਬੜੀ ਹੋਈ ਹੈ ਅਤੇ ਜਿੱਥੇ ਵੀ ਉਹ ਉਸ ਨੂੰ ਫੜ ਲੈਂਦੀ ਹੈ ਉਹ ਉਸ ਨੂੰ ਥੱਲੇ ਪਟਕਾ ਦਿੰਦੀ ਹੈ। ਮੁੰਡੇ ਦੇ ਮੂੰਹੋਂ ਝੱਗ ਨਿਕਲਦੀ ਹੈ ਅਤੇ ਉਹ ਆਪਣੇ ਦੰਦ ਪੀਂਦਾ ਹੈ ਅਤੇ ਆਕੜ ਜਾਂਦਾ ਹੈ। ਮੈਂ ਤੁਹਾਡੇ ਚੇਲਿਆਂ ਨੂੰ ਆਖਿਆ ਭਈ ਉਸ ਨੂੰ ਕੱਢ ਦੇਣ, ਪਰ ਉਹ ਨਹੀਂ ਕਰ ਸਕੀ। ਯਿਸੂ ਨੇ ਉਹਨਾਂ ਨੂੰ ਕਿਹਾ, ਐ ਵਿਸ਼ਵਾਸਹੀਨ ਪੀੜ੍ਹੀ, ਮੈਂ ਕਿੰਨਾ ਚਿਰ ਤੁਹਾਡੇ ਨਾਲ ਰਹਾਂਗਾ? ਮੈਂ ਕਦੋਂ ਤੱਕ ਤੁਹਾਨੂੰ ਬਰਦਾਸ਼ਤ ਕਰਾਂਗਾ? ਉਸ ਨੂੰ ਮੇਰੇ ਕੋਲ ਲੈ ਕੇ ਆਵੋ। ਉਹ ਮੁੰਡੇ ਨੂੰ ਉਸ ਦੇ ਕੋਲ ਲੈ ਕੇ ਆਏ। ਜਦੋਂ ਬਦਰੂ ਨੇ ਉਸ ਨੂੰ ਵੇਖਿਆ ਤਾਂ ਉਸਨੇ ਇੱਕਦਮ ਮੁੰਡੇ ਨੂੰ ਮਰੋੜ ਦਿੱਤਾ ਅਤੇ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਮੂੰਹ ਵਿੱਚੋਂ ਝੱਗ ਵਗਦਿਆਂ ਉਹ ਜ਼ਮੀਨ ਉੱਤੇ ਲਪੇਟੇ ਖਾਂਦਾ ਰਿਹਾ। ਯਿਸੂ ਨੇ ਮੁੰਡੇ ਦੇ ਪਿਤਾ ਨੂੰ ਕਿਹਾ, ਇਸ ਨੂੰ ਇਹ ਕਦੋਂ ਤੋਂ ਹੈ? ਉਸਨੇ ਕਿਹਾ, ਬਚਪਨ ਤੋਂ। ਇਸ ਨੇ ਅਕਸਰ ਇਸ ਨੂੰ ਨਾਸ਼ ਕਰਨ ਲਈ ਅੱਗ ਵਿੱਚ ਅਤੇ ਪਾਣੀ ਵਿੱਚ ਸੁੱਟਿਆ ਹੈ। ਜੇਕਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਤੇ ਦਇਆ ਕਰੋ ਅਤੇ ਸਾਡੀ ਮਦਦ ਕਰੋ। ਯਿਸੂ ਨੇ ਇਸ ਨੂੰ ਕਿਹਾ, ਜੇਕਰ ਤੁਸੀਂ ਕਰ ਸਕਦੇ ਹੋ। ਜੋ ਈਮਾਨ ਰੱਖਦਾ ਹੈ ਉਸ ਦੇ ਲਈ ਸਭ ਕੁਝ ਹੋ ਸਕਦਾ ਹੈ। ਉਸ ਮੁੰਡੇ ਦੇ ਪਿਤਾ ਨੇ ਤੁਰੰਤ ਪੁਕਾਰ ਕੇ ਕਿਹਾ, ਮੈਂ ਈਮਾਨ ਰੱਖਦਾ ਹਾਂ, ਮੇਰੀ ਘੱਟ ਈਮਾਨ ਵਾਲੇ ਦੀ ਮਦਦ ਕਰੋ। ਜਦੋਂ ਯਿਸੂ ਨੇ ਭੀੜ ਨੂੰ ਦੌੜੀ ਆਉਂਦੇ ਵੇਖਿਆ ਤਾਂ ਉਸਨੇ ਬਦਰੂ ਨੂੰ ਇਹ ਕਹਿੰਦੇ ਹੋਏ ਡਾਂਟਿਆ, ਗੂੰਗੀ ਅਤੇ ਬੋਲੀ ਬਦਰੂ, ਮੈਂ ਤੈਨੂੰ ਆਗਿਆ ਦਿੰਦਾ ਹਾਂ, ਇਸ ਵਿੱਚੋਂ ਨਿਕਲ ਜਾ ਅਤੇ ਇਸ ਵਿੱਚ ਫਿਰ ਕਦੀ ਦਾਖਲ ਨਾ ਹੋਵੀਂ। ਬਦਰੂ ਨੇ ਉੱਚੀ ਨਾਲ ਚੀਕ ਮਾਰੀ ਅਤੇ ਮੁੰਡੇ ਨੂੰ ਬੁਰੀ ਤਰ੍ਹਾਂ ਮਰੋੜਾ ਦੇ ਕੇ ਉਸ ਵਿੱਚੋਂ ਨਿਕਲ ਗਈ। ਮੁੰਡਾ ਲਾਸ਼ ਵਾਂਗ ਹੋ ਗਿਆ, ਇਸ ਲਈ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਕਿਹਾ, ਉਹ ਮਰ ਗਿਆ ਹੈ। ਪਰ ਯਿਸੂ ਨੇ ਉਸ ਨੂੰ ਹੱਥ ਫੜ ਕੇ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ। ਜਦੋਂ ਯਿਸੂ ਘਰ ਵਿੱਚ ਦਾਖਲ ਹੋਇਆ ਅਤੇ ਉਸ ਦੇ ਚੇਲਿਆਂ ਨੇ ਉਸ ਨੂੰ ਇਕੱਲਿਆਂ ਹੀ ਪੁੱਛਿਆ, ਅਸੀਂ ਉਸ ਨੂੰ ਕਿਉਂ ਨਹੀਂ ਕੱਢ ਸਕੇ? ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਪ੍ਰਾਰਥਨਾ ਅਤੇ ਵਰਤ ਤੋਂ ਬਿਨਾਂ ਕਿਸੇ ਹੋਰ ਵਿਧੀ ਨਾਲ ਇਹੋ ਜਿਹਿਆਂ ਨੂੰ ਨਹੀਂ ਕੱਢਿਆ ਜਾ ਸਕਦਾ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹੀ ਪਿਆਰੇ ਭੈਣੋ ਤੇ ਭਰਾਓ, ਅਸੀਂ ਬਹੁਤ ਵਾਰੀ ਇੱਦਾਂ ਦੇ ਹਾਲਾਤ ਵਿੱਚ ਹੋਵਾਂਗੇ ਜਿੱਥੇ ਅਸੀਂ ਇਹ ਸੋਚਣ ਵਿੱਚ ਮਜਬੂਰ ਹੋਏ ਹੋਵਾਂਗੇ ਕਿ ਸ਼ਾਇਦ ਖੁਦਾ ਹੈ ਜਾਂ ਨਹੀਂ। ਮੰਨ ਲਓ ਜਦੋਂ ਸਾਡੇ ਵਿੱਚ ਕੋਈ ਦੁੱਖ ਹੁੰਦਾ ਆ, ਅਸੀਂ ਬਿਮਾਰ ਹੋ ਜਾਂਦੇ ਹਾਂ, ਸਾਡੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ, ਜਾਂ ਫਿਰ ਅਸੀਂ ਕਿਸੇ ਤਰੀਕੇ ਨਾਲ ਹਸਪਤਾਲ ਪਹੁੰਚ ਜਾਂਦੇ ਹਾਂ ਪਰ ਉੱਥੋਂ ਦਾ ਖਰਚਾ ਸਾਡੀ ਹੈਸੀਅਤ ਤੋਂ ਬਾਹਰ ਹੁੰਦਾ ਆ, ਇਸ ਲਈ ਸੋਚਦੇ ਹਾਂ ਕਿ ਸਾਡਾ ਇਲਾਜ ਹੋਣਾ ਵੀ ਮੁਸ਼ਕਿਲ ਹੈ, ਜਾਂ ਹੋਰ ਕਈ ਤਰ੍ਹਾਂ ਦੀਆਂ ਮੁਸੀਬਤਾਂ ਹੋ ਸਕਦੀਆਂ ਆ। ਅਸੀਂ ਕਰਜ਼ੇ ਵਿੱਚ ਹੋਵਾਂਗੇ, ਜਾਂ ਅਸੀਂ ਕਿਸੇ ਤੋਂ ਪੈਸੇ ਉਧਾਰ ਲਏ ਹੋਣਗੇ ਅਤੇ ਉਹ ਸ਼ਾਇਦ ਅਸੀਂ ਵਾਪਸ ਨਾ ਕੀਤੇ ਹੋਣਗੇ, ਜਾਂ ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਮੁਸ਼ਕਿਲਾਂ ਹੋਣਗੀਆਂ। ਇਹੋ ਜਿਹੇ ਹਾਲਾਤਾਂ ਵਿੱਚ ਅਸੀਂ ਸੋਚਦੇ ਹਾਂ ਕਿ ਖੁਦਾ ਹੈ ਜਾਂ ਨਹੀਂ। ਜਦੋਂ ਇਸ ਤਰ੍ਹਾਂ ਹੁੰਦਾ ਹੈ ਉਸ ਵੇਲੇ ਅਸੀਂ ਇਹ ਸੋਚ ਲਈਏ ਕਿ ਅਸੀਂ ਵਿਸ਼ਵਾਸਹੀਣ ਹਾਂ। ਅਸੀਂ ਵਿਸ਼ਵਾਸਹੀਣ ਹਾਂ, ਯਾਨੀ ਕਿ ਸਾਡੇ ਵਿੱਚ ਖੁਦਾ ਦੇ ਉੱਤੇ ਵਿਸ਼ਵਾਸ ਨਹੀਂ ਹੈ, ਜਾਂ ਜੇ ਹੈ ਤਾਂ ਬਹੁਤ ਹੀ ਘਟ ਗਿਆ ਹੈ ਅਤੇ ਕਮਜ਼ੋਰ ਹੋ ਗਿਆ ਹੈ। ਪਰ ਪਿਆਰਿਓ, ਖੁਦਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਖਾਸ ਤੌਰ 'ਤੇ ਪ੍ਰਭੂ ਯਿਸੂ ਆਪਣੇ ਦੋ ਰੂਪਾਂ ਦੇ ਵਿੱਚ ਸਾਡੇ ਨਾਲ ਹੈ। ਉਹਦਾ ਪਹਿਲਾ ਰੂਪ ਹੈ ਸ਼ਬਦ। ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਸੁਣਦੇ ਹਾਂ
ਅਸੀਂ ਪ੍ਰਭੂ ਯਿਸੂ ਨੂੰ ਸਵੀਕਾਰ ਕਰਦੇ ਹਾਂ ਸ਼ਬਦ ਦੇ ਰੂਪ ਦੇ ਵਿੱਚ, ਵਚਨ ਦੇ ਰੂਪ ਦੇ ਵਿੱਚ। ਪ੍ਰਭੂ ਯਿਸੂ ਦਾ ਦੂਜਾ ਰੂਪ ਹੈ ਪਾਕ ਸ਼ਾਕਤ। ਅਸੀਂ ਪ੍ਰਭੂ ਯਿਸੂ ਨੂੰ ਪਾਕ ਸ਼ਾਕਤ ਦੇ ਰੂਪ ਦੇ ਵਿੱਚ ਗ੍ਰਹਿਣ ਕਰਦੇ ਹਾਂ ਤੇ ਦੋਨਾਂ ਰੂਪਾਂ ਨੂੰ ਅਸੀਂ ਪਾਕ ਮਾਸ ਵਿੱਚ ਸਵੀਕਾਰ ਕਰ ਸਕਦੇ ਹਾਂ। ਜਦੋਂ ਵੀ ਪਾਕ ਮਾਸ ਦੀ ਕੁਰਬਾਨੀ ਚੜਾਈ ਜਾਂਦੀ ਹੈ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਵਚਨ ਅਤੇ ਪਾਕ ਸ਼ਾਕਤ ਦੇ ਰੂਪ ਦੇ ਵਿੱਚ ਗ੍ਰਹਿਣ ਕਰਦੇ ਹਾਂ। ਤੇ ਪ੍ਰਭੂ ਦਾ ਵਚਨ ਵੀ ਇਸੇ ਤਰ੍ਹਾਂ ਹੈ। ਉਸ ਦਾ ਵਾਅਦਾ ਹੈ ਕਿ ਮੈਂ ਹਮੇਸ਼ਾ ਤੱਕ ਯੁਗਾਂ ਦੇ ਅੰਤ ਤੱਕ ਤੁਹਾਡੇ ਨਾਲ ਰਵਾਂਗਾ। ਤੇ ਪ੍ਰਭੂ ਆਪਣੇ ਇਹਨਾਂ ਦੋਹਾਂ ਰੂਪਾਂ ਦੇ ਮਾਧਿਅਮ ਰਾਹੀਂ ਸਾਡੇ ਨਾਲ ਹਮੇਸ਼ਾ ਰਹਿੰਦਾ ਹੈ। ਸਵਾਲ ਇਹ ਉੱਠਦਾ ਹੈ ਕਿ ਅਸੀਂ ਉਸ ਦੇ ਨਾਲ ਰਹਿੰਦੇ ਹਾਂ ਜਾਂ ਨਹੀਂ। ਜੇਕਰ ਅਸੀਂ ਉਸ ਦੇ ਨਾਲ ਰਹਿੰਦੇ ਹਾਂ ਤਾਂ ਅਸੀਂ ਉਸ ਦਾ ਵਚਨ ਨਿਰੰਤਰ ਸੁਣਾਂਗੇ, ਸਾਡੇ ਵਿੱਚ ਵਿਸ਼ਵਾਸ ਵਧੇਗਾ, ਉਹ ਵੀ ਵਿਸ਼ਵਾਸ ਮਜ਼ਬੂਤ ਹੋਵੇਗਾ ਤੇ ਅਸੀਂ ਨਿਰੰਤਰ ਪ੍ਰਾਰਥਨਾ ਵਿੱਚ ਅੱਗੇ ਵਧਦੇ ਜਾਵਾਂਗੇ। ਅਸੀਂ ਅੱਜ ਵਚਨ ਵਿੱਚ ਸੁਣਿਆ ਕਿ ਚੇਲੇ ਉਸ ਬਦਰੂ ਨੂੰ ਨਹੀਂ ਕੱਢ ਸਕੇ। ਆਮ ਤੌਰ 'ਤੇ ਅਸੀਂ ਜਦੋਂ ਵੀ ਅੰਜੀਲ ਵਿੱਚ ਪੜ੍ਹਦੇ ਹਾਂ ਕਿ ਕੋਈ ਵੀ ਬਦਰੂ ਪ੍ਰਭੂ ਯਿਸੂ ਮਸੀਹ ਨੂੰ ਵੇਖਦੀ ਹੈ ਤਾਂ ਪਹਿਲਾਂ ਇਹ ਕਹਿੰਦੀ ਹੈ ਕਿ ਮੈਂ ਜਾਣਦੀ ਹਾਂ ਤੁਸੀਂ ਖੁਦਾ ਦੇ ਬੇਟੇ ਹੋ। ਇਹ ਬਦਰੂ ਨਹੀਂ ਕਹਿ ਸਕੀ ਕਿਉਂਕਿ ਇਹ ਗੂੰਗੀ ਅਤੇ ਬੋਲੀ ਬਦਰੂ ਹੁੰਦੀ ਹੈ, ਪਰ ਉਹ ਪ੍ਰਭੂ ਯਿਸੂ ਨੂੰ ਪਛਾਣਦੀ ਜ਼ਰੂਰ ਹੈ। ਇਸ ਕਰਕੇ ਜਿੱਦਾਂ ਹੀ ਪ੍ਰਭੂ ਯਿਸੂ ਉਸ ਨੂੰ ਡਾਂਟਦਾ ਹੈ ਉਸ ਵਿੱਚੋਂ ਬਾਹਰ ਨਿਕਲ ਆਉਂਦੀ ਹੈ। ਪਰ ਇਹ ਚੇਲੇ ਇਸ ਨੂੰ ਕਿਉਂ ਨਹੀਂ ਕੱਢ ਸਕੇ? ਜੇਕਰ ਅਸੀਂ ਸੰਤ ਮਰਕੁਸ ਦੀ ਅੰਜੀਲ ਤੇ ਗੌਰ ਨਾਲ ਧਿਆਨ ਦਈਏ ਅਸੀਂ ਵੇਖਾਂਗੇ ਕਿ ਸੰਤ ਮਰਕੁਸ ਦੀ ਅੰਜੀਲ ਦੇ ਸ਼ੁਰੂਆਤ ਵਿੱਚ ਹੀ ਆਪਾਂ ਵੇਖਦੇ ਹਾਂ, ਖਾਸ ਤੌਰ 'ਤੇ 6ਵੇਂ ਅਧਿਆਏ ਵਿੱਚ 6 ਅਧਿਆਏ 7 ਤੋਂ ਲੈ ਕੇ 13 ਆਇਤ ਕਿ ਪ੍ਰਭੂ ਯਿਸੂ ਆਪਣੇ ਚੇਲਿਆਂ ਨੂੰ ਦੋ ਕਰਕੇ ਵੱਖ-ਵੱਖ ਨਗਰਾਂ ਸ਼ਹਿਰਾਂ ਵਿੱਚ ਘੱਲਦਾ ਹੈ ਅਤੇ ਉਹਨਾਂ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਤੁਸੀਂ ਬਿਮਾਰਾਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕਰੋ, ਬਦਰੂਹਾਂ ਨੂੰ ਬਾਹਰ ਕੱਢੋ, ਲੋਕਾਂ ਨੂੰ ਸ਼ੁਭ ਸਮਾਚਾਰ ਸੁਣਾਓ। ਸੋ ਇਹ ਸਾਰੇ ਅਧਿਕਾਰ ਪ੍ਰਭੂ ਆਪਣੇ ਰਸੂਲਾਂ ਨੂੰ, ਆਪਣੇ ਮਖਸੂਸ ਕੀਤੇ ਲੋਕਾਂ ਨੂੰ ਦਿੰਦਾ ਹੈ। ਪਰ ਸ਼ਾਇਦ ਜਦੋਂ ਅਸੀਂ ਅੱਜ ਦਾ ਵਚਨ ਪੜ੍ਹਿਆ, ਜਦੋਂ ਇਹ ਚੇਲੇ ਪ੍ਰਭੂ ਕੋਲ ਵਾਪਸ ਆਉਂਦੇ ਆ ਤੇ ਵਾਪਸ ਆਉਣ ਤੋਂ ਬਾਅਦ ਇਹ ਪ੍ਰਭੂ ਦੇ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਆ ਕਿ ਅਸੀਂ ਸਾਰੇ ਲੋਕਾਂ ਨੂੰ ਚੰਗਾ ਕੀਤਾ, ਬਦਰੂਹਾਂ ਨੂੰ ਕੱਢਿਆ, ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ। ਅੱਜ ਦੀ ਅੰਜੀਲ ਵਿੱਚ ਅਸੀਂ ਦੇਖਦੇ ਹਾਂ ਕਿ ਸ਼ਾਇਦ ਉਸੇ ਹੀ ਗੱਲ ਦੇ ਵਿੱਚ ਜਾਂ ਉਸੇ ਹੀ ਗੁਰੂਰ ਦੇ ਵਿੱਚ ਇਹ ਚੇਲੇ ਰਹਿੰਦੇ ਆ ਕਿ ਸ਼ਾਇਦ ਪ੍ਰਭੂ ਯਿਸੂ ਸਾਡੇ ਕੋਲ ਨਹੀਂ ਵੀ ਆ। ਜੇਕਰ ਪ੍ਰਭੂ ਯਿਸੂ ਸਾਡੇ ਕੋਲ ਦੂਰ ਵੀ ਆ ਤਾਂ ਵੀ ਅਸੀਂ ਸ਼ਾਇਦ ਇੱਦਾਂ ਦੀਆਂ ਬਦਰੂਹਾਂ ਨੂੰ ਜਾਂ ਸ਼ੁੱਧ ਆਤਮਾਵਾਂ ਨੂੰ ਲੋਕਾਂ ਵਿੱਚੋਂ ਕੱਢ ਸਕਦੇ ਹਾਂ, ਉਹਨਾਂ ਦੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ, ਉਹਨਾਂ ਨੂੰ ਚੰਗਾ ਕਰ ਸਕਦੇ ਹਾਂ। ਸ਼ਾਇਦ ਇਸੇ ਕਰਕੇ ਕੁਝ ਇਸ ਤਰ੍ਹਾਂ ਦੀ ਭਾਵਨਾ ਰੱਖਣ ਦੇ ਕਾਰਨ ਇਹ ਚੇਲੇ ਉਸ ਬਦਰੂ ਨੂੰ ਉਸ ਲੜਕੇ ਵਿੱਚੋਂ ਨਹੀਂ ਕੱਢ ਸਕੇ। ਪ੍ਰਭੂ ਦਾ ਵਚਨ ਅੱਗੇ ਸਾਨੂੰ ਕਹਿੰਦਾ ਹੈ ਉਹਨਾਂ ਵਿੱਚ ਘਾਟ ਕੀ ਸੀ, ਉਹਨਾਂ ਵਿੱਚ ਕਮੀ ਕੀ ਸੀ। ਵਚਨ ਆਪਾਂ ਪੜ੍ਹਦੇ ਹਾਂ ਸੰਤ ਯੂਹੰਨਾ ਦੀ ਅੰਜੀਲ ਵਿੱਚੋਂ 15 ਅਧਿਆਏ ਦੀ 5 ਆਇਤ। ਪ੍ਰਭੂ ਕਹਿੰਦਾ ਹੈ, ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਮੇਰੀਆਂ ਟਾਹਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਮੈਂ ਉਸ ਵਿੱਚ ਹਾਂ, ਉਹ ਬਹੁਤ ਫਲ ਪੈਦਾ ਕਰਦਾ ਹੈ ਕਿਉਂਕਿ ਮੇਰੇ ਤੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਪ੍ਰਭੂ ਦਾ ਆਪਣਾ ਵਾਅਦਾ ਹੈ। ਹੁਣ ਜੇਕਰ ਅਸੀਂ ਪ੍ਰਭੂ ਦੇ ਪੈਰੋਕਾਰ ਹਾਂ, ਪ੍ਰਭੂ ਅੰਗੂਰ ਦੀ ਵੇਲ ਹੈ, ਅਸੀਂ ਉਹਦੀਆਂ ਟਾਹਣੀਆਂ ਆ, ਉਸ ਦੀ ਸ਼ਕਤੀ ਤੇ ਉਸ ਦੇ ਫਜ਼ਲ ਸਾਡੇ ਵਿੱਚ ਸੰਚਾਰ ਕਰਦੇ ਆ। ਪਰ ਜੇਕਰ ਅਸੀਂ ਪ੍ਰਭੂ ਕੋਲੋਂ ਦੂਰ ਹੋ ਜਾਈਏ ਤੇ ਸਾਰਾ ਕੁਝ ਹੌਲੀ ਘਟ ਜਾਵੇਗਾ, ਬੰਦ ਹੋ ਜਾਵੇਗਾ। ਤੇ ਜਦੋਂ ਇਸ ਤਰ੍ਹਾਂ ਹੋ ਜਾਵੇਗਾ ਕਿ ਸਾਡੀ ਆਪਣੀ ਆਪ ਦੇ ਵਿੱਚ ਕੋਈ ਫਜ਼ਲ, ਪ੍ਰਭੂ ਦਾ ਕੋਈ ਵਰਦਾਨ ਨਹੀਂ ਰਹਿ ਜਾਵੇਗਾ। ਇਸ ਕਰਕੇ ਪ੍ਰਭੂ ਆਖਰ ਵਿੱਚ ਇਹ ਕਹਿੰਦਾ ਹੈ ਪ੍ਰਾਰਥਨਾ ਅਤੇ ਵਰਤ ਰੱਖਣਾ ਜ਼ਰੂਰੀ ਹੈ ਤਾਂ ਜੋ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਤੁਸੀਂ ਦੂਰ ਕਰ ਸਕੋ, ਤਾਂ ਜੋ ਇਹਨਾਂ ਸਾਰੀਆਂ ਬਦਰੂਹਾਂ ਨੂੰ, ਅਸ਼ੁੱਧ ਆਤਮਾਵਾਂ ਨੂੰ ਜਾਂ ਬੁਰਾਈਆਂ ਦੇ ਅਸਰ ਨੂੰ ਤੁਸੀਂ ਦੂਰ ਕਰ ਸਕੋ। ਇਸ ਕਰਕੇ ਪਿਆਰਿਓ, ਅੱਜ ਅਸੀਂ ਖਾਸ ਤੌਰ 'ਤੇ ਪ੍ਰਭੂ ਦੇ ਅੱਗੇ ਨਿਰੰਤਰ ਪ੍ਰਾਰਥਨਾ ਕਰਨ ਦਾ ਵਰਦਾਨ ਮੰਗਣਾ ਹੈ ਤੇ ਨਾਲ ਹੀ ਵਿਸ਼ਵਾਸ ਰੱਖਣ ਦਾ ਵਰਦਾਨ। ਪ੍ਰਾਰਥਨਾ ਕਰੀਏ ਕਿ ਸਾਡੇ ਵਿੱਚ ਜੋ ਵਿਸ਼ਵਾਸ ਹੈ ਇਹ ਘਟੇ ਨਾ, ਹਮੇਸ਼ਾ ਵੱਧਦਾ ਰਹੇ। ਆਓ ਅਸੀਂ ਇਸ ਲਈ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ,
ਅਸੀਂ ਤੁਹਾਡੀ ਮਹਿਮਾ ਤੇ ਵਧਾਈ ਕਰਦੇ ਹਾਂ। ਧੰਨਵਾਦ ਕਰਦੇ ਹਾਂ ਇਸ ਨਵੇਂ ਦਿਨ ਦੇ ਲਈ ਜੋ ਸਾਡੇ ਜੀਵਨ ਦੇ ਵਿੱਚ ਜੋੜਿਆ ਹੈ। ਪ੍ਰਭੂ ਜੀ, ਅਸੀਂ ਖਾਸ ਤੌਰ 'ਤੇ ਤੁਹਾਡੇ ਅੱਗੇ ਮੰਗ ਕਰਦੇ ਹਾਂ ਕਿ ਸਾਨੂੰ ਨਿਰੰਤਰ ਪ੍ਰਾਰਥਨਾ ਕਰਨ ਦਾ ਵਰਦਾਨ ਬਖਸ਼ੋ, ਅਤੇ ਨਾਲ ਹੀ ਜੋ ਅਸੀਂ ਇਮਾਨ ਹਾਸਲ ਕੀਤਾ ਹੈ ਇਸ ਇਮਾਨ ਵਿੱਚ ਮਜ਼ਬੂਤ ਰਹਿਣ ਲਈ ਸਾਨੂੰ ਆਪਣਾ ਫਜ਼ਲ ਪ੍ਰਦਾਨ ਕਰੋ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਗੁਜ਼ਾਰੀ ਦੀ ਭੇਟ ਤੈਨੂੰ ਚੜਾਵਾਂ ਮੈਂ, ਸ਼ੁਕਰਗੁਜ਼ਾਰੀ ਦੀ ਭੇਟ ਤੈਨੂੰ ਚੜਾਵਾਂ ਮੈਂ। ਨਾਲ ਚੌਕਸੀ ਪੈ ਰੱਖਾਂ ਜਦ ਤੇਰੇ ਘਰੇ ਆਵਾਂ ਮੈਂ, ਨਾਲ ਚੌਕਸੀ ਪੈ ਰੱਖਾਂ ਜਦ ਤੇਰੇ ਘਰੇ ਆਵਾਂ ਮੈਂ। ਸ਼ੁਕਰਗੁਜ਼ਾਰੀ ਦੀ ਭੇਟ ਤੈਨੂੰ ਚੜਾਵਾਂ ਮੈਂ, ਸ਼ੁਕਰਗੁਜ਼ਾਰੀ ਦੀ ਭੇਟ ਤੈਨੂੰ ਚੜਾਵਾਂ ਮੈਂ। ਇਸ ਦਿਨ ਦੇ ਲਈ ਤੇਰਾ ਸ਼ੁਕਰ ਖੁਦਾ, ਇਨ੍ਹਾਂ ਸਾਹਾਂ ਲਈ ਤੇਰਾ ਸ਼ੁਕਰ ਖੁਦਾ। ਇਸ ਦਿਨ ਦੇ ਲਈ ਤੇਰਾ ਸ਼ੁਕਰ ਖੁਦਾ, ਇਨ੍ਹਾਂ ਸਾਹਾਂ ਲਈ ਤੇਰਾ ਸ਼ੁਕਰ ਖੁਦਾ। ਮੰਜ਼ਿਲਾਂ ਦੇ ਲਈ ਤੇਰਾ ਸ਼ੁਕਰ ਖੁਦਾ, ਇਨ੍ਹਾਂ ਰਾਹਾਂ ਲਈ ਤੇਰਾ ਸ਼ੁਕਰ ਖੁਦਾ। ਸ਼ੁਕਰਗੁਜ਼ਾਰੀ ਕਰਦਾ ਕਰਦਾ ਹੀ ਤਰ ਜਾਵਾਂ ਮੈਂ, ਸ਼ੁਕਰਗੁਜ਼ਾਰੀ ਕਰਦਾ ਕਰਦਾ ਹੀ ਤਰ ਜਾਵਾਂ ਮੈਂ। ਸ਼ੁਕਰਗੁਜ਼ਾਰੀ ਦੀ ਭੇਟ ਤੈਨੂੰ ਚੜਾਵਾਂ ਮੈਂ, ਸ਼ੁਕਰਗੁਜ਼ਾਰੀ ਦੀ ਭੇਟ ਤੈਨੂੰ ਚੜਾਵਾਂ ਮੈਂ। ਪਿਆਰੇ ਭਰਾਓ ਤੋਂ ਪਹਿਲਾਂ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਸਾਡੇ ਈਮਾਨ ਦੇ ਪ੍ਰਗਟਾਵੇ ਵਜੋਂ ਇਹਨਾਂ ਨਿਸ਼ਾਨੀਆਂ ਨੂੰ ਪ੍ਰਵਾਨ ਕਰ ਬਖਸ਼ ਦੇ ਕਿ ਇਹ ਤੇਰੇ ਪਾਕ ਨਾਂ ਦੀ ਮਹਿਮਾ ਕਰਨ ਅਤੇ ਦੁਨੀਆ ਲਈ ਨਜ਼ਾਤ ਦਾ ਵਸੀਲਾ ਬਣ ਜਾਣ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਅਤੇ ਨਿਜਾਤ ਬਖਸ਼ਣ ਵਾਲੇ ਵਜੋਂ ਭੇਜਿਆ,
ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। तेरी पाक मर्जी पूरी कर दिया तेरे लिए एक पाक कौम ਨੂੰ ਹਾਸਲ ਕਰਕੇ ਉਸਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਝੱਲੇ ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠੇ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ तेरे जलाल नाल भरपूर हन। उचाइयां विच होसाना, मुबारक है ओ जो प्रभु दे नाम उते आउंदा है, उचाइयां विच होसाना। ऐ प्रभु तू सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਬਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ऐ प्रभु ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਐ ਪ੍ਰਭੂ ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਰੇ ਵਿਸ਼ਵਾਸ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੇ ਦੇ ਮੁਬਾਰਕ ਵਸਨ ਯੂਸਫ ਦੇ ਨਾਲ ਧੰਨ ਰਸੂਲਾਂ ਸੰਤ ਪੀਟਰ ਦਮਿਆਨ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ।
ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ रूप पाक ਦੀ एकता ਵਿੱਚ सब जलालत ते विद्याई तेरी ही है सदा तो सदा तेकर आमीन। और से पूर्ण विश्वास रखते हैं उन शब्दों में उसे ही प्रार्थना दोहराइए जो प्रभु यीशु मसीह ने सानू सिखाई है। ऐ साडे बाप जिहड़ा तू आसमान उते है, तेरा नाम पाक मनिया जावे, तेरा राज आवे, तेरी मर्जी जिस तरह आसमान उते पूरी हुंदी है जमीन उते भी होवे। साडे रोज दी रोटी अज सानू दे, साडे कसूर सानू माफ कर जिस तरह असीं अपने कसूरवारां नूं माफ करदे हां। सानू आजमाइश विच ना पा सगों बुराई तो बचाओ। ऐ प्रभु से प्रार्थना करदी हां सब बुराइयां तो सानू बचाओ। अपने रहम नाल साडे दिनां विच शांति दे तां जो तेरी दया दी मदद नाल असीं हमेशा गुनाहां तो मुक्त रहिए ਅਤੇ हर मुसीबत तो सुरक्षित रहिए। जिवें मुबारक मीद रखदे होए असीं यीशु मसीह साडे मुक्तिदाते दे आउण दी उਡੀਕ करदे हां। क्यों जो राज कुदरत अते जलाल युगो युग तेरा ही है। ऐ प्रभु यीशु मसीह आप तो अपने रसूलां नूं आख्या मैं तुहानूं शांति दिंदा हां, अपनी शांति मैं तुहानूं प्रदान करदा हां। तो साडे गुनाहां नूं नहीं सगों अपनी कलीसिया दे ईमान नूं वेख ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਪੋਜ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। है
पीद इलाही ओरी रहमत दा है निशान वड्डा ई है पीद इलाही ओरी रहमत दा है निशान इता रहम प्यारे यीशु ने होया साड़ी ते मेहरबान ओदी रहमत ते मेहरबानी दा मैं दसा खोल दिया ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਨਜ਼ਾਰ ਦੇ ਸਾਕਰਾਮੈਂਟ ਦੇ ਰਾਹੀਂ ਤੂੰ ਸਾਨੂੰ ਪਾਕ ਯੂਕਰਿਸਤ ਦਾ ਵਰਦਾਨ ਬਖਸ਼ਿਆ ਹੈ। ਸਾਨੂੰ ਇਹ ਫਜ਼ਲ ਬਖਸ਼ ਕਿ ਇਹ ਸਾਡੇ ਲਈ ਸਦੀਵੀ ਜੀਵਨ ਦਾ ਪੱਕਾ ਵਾਅਦਾ ਬਣਿਆ ਰਹੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। आमीन ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ तेरी मदद चाहदियां तेरी सिफारिश मंगदियां तैथों खाली गया होवे। ऐ कुआरी कुआरियां दी अते मेरी मां मैं तसल्ली नाल मैं तेरे को नसी आउंदी हां अते तेरे अगे खलो के मैं गुनाही रोंदी हां। ऐ दे तारे हुए कलाम दी मां मेरी अर्ज़ां नूं हकीर ना जान सगों मेहरबानी नाल सुन अते कबूल कर। आमीन। मां मरियम शांति दी रानी साडे लिए दुआ कर। दीने